पंजाब ਦੇ ਨਾਇਬ ਤਹਿਸੀਲਦਾਰ एग्जाम ਦੀ प्रिपरेशन कर रहे सारे स्टूडेंट्स ਨੂੰ चेतन भारत लर्निंग टीम ਵੱਲੋਂ प्यार भरी सत श्री अकाल। Now many of you have been preparing for this exam for more than 2 years. Some of you might have just started the preparation। बहुत इदा ਦੇ ਵੀ ਮੇਰੇ ਵੀਰ ਨੇ ਜਿਨ੍ਹਾਂ ਨੇ 2 ਹਫ਼ਤੇ ਪਹਿਲਾਂ 3 ਹਫ਼ਤੇ ਪਹਿਲਾਂ ਹੀ ਤਿਆਰੀ ਸ਼ੁਰੂ ਕੀਤੀ ਹੈ। Nonetheless, most of the students have been preparing for 1 year, ਕਿਸੇ ਨੂੰ ਸਾਲ ਹੋ ਗਿਆ, ਕਿਸੇ ਨੂੰ 8 ਮਹੀਨੇ ਹੋ ਗਏ, ਕਿਸੇ ਨੂੰ 6 ਮਹੀਨੇ ਹੋ ਗਏ, ਕਿਸੇ ਨੂੰ 2 ਸਾਲ ਹੋ ਗਏ। But I want to tell you one thing, it doesn't matter what your preparation level has been, unless you peak at the right time। जिस टाइम एग्जाम है, जे तुसी उस टाइम अपना पीक हिट नहीं किया तो फिर कोई फायदा नहीं होंदा प्रिपरेशन का। You all know, we all know, you all know किन्ने सारे इदां दे स्टूडेंट्स ने जिहड़े कहणगे भी सर मेरे टेस्ट सीरीज़ दे विच 150 नंबर आते थे 200 विचों, मैं सर टॉप करता सीगा, एग्जाम दे विच मेरा 1 नंबर तो रह गया, 1.5 नंबर तो रह गया, 0.5 मार्क्स तो रह गया। एंड दिस एग्जाम इज़ ऑल्सो गोइंग टू बी हाइपर कंपैटिटिव। इस एग्जाम दे विच बहुत कंपटीशन होने वाला है, इस करके आप अपना बेस्ट देना है तो राइट टाइम ते पीक हिट करना है, अपनी बेस्ट परफॉर्मेंस। ਆਸਟ੍ਰੇਲੀਆ ਦੀ क्रिकेट टीम वांगू पूरा 5 साल 4 साल किवें खेडदे किसी नूं नहीं पता। वर्ल्ड कप जो आंदा है तो अपनी बेस्ट परफॉर्मेंस दिंदी है टीम। सेम थिंग आई एक्सपैक्ट फ्रॉम ऑल ऑफ यू। नाउ 22 May इज़ द टाइम वैन आई एक्सपैक्ट कि यू विल बी इन योर फाइनेस्ट फॉर्म। तुहाडे अंदर दा विराट कोहली 22 May नूं परफॉर्म करेगा। नाउ whether you have been preparing for 2 days, 2 weeks, 2 months or 2 years, regardless of your existing preparation level, we have come up with a strategy। ਅਸੀਂ ਇੱਕ strategy ਬਣਾਈ ਹੈ ਤੁਹਾਡੇ ਲਈ, ਇੱਕ study plan ਬਣਾਇਆ ਹੈ, ਇੱਕ initiative ਲੈ ਕੇ ਆਏ ਹਾਂ। and as we always try ਕਿ ਹਰ ਸਾਲ ਜਾਂ ਹਰ 6 ਮਹੀਨੇ ਬਾਅਦ ਜਦੋਂ ਸਾਡੇ ਕੋਲ ਥੋੜਾ ਜਿਹਾ ਇੱਕ ਕ੍ਰਾਸ ਸਬਸਿਡਾਈਜ਼ ਕਰਨ ਦੇ ਫੰਡਸ ਇਕੱਠੇ ਹੁੰਦੇ ਨੇ ਤਾਂ ਅਸੀਂ ਟਰਾਈ ਕਰਦੇ ਹਾਂ ਵੀ ਕੋਈ ਇੱਕ ਵਧੀਆ ਜਿਹਾ ਇਨੀਸ਼ੀਏਟਿਵ ਸਟੂਡੈਂਟਸ ਲਈ ਲੈ ਕੇ ਆਈਏ ਜਿਹਦੇ ਥਰੂ ਉਹਨਾਂ ਦੀ ਪ੍ਰੈਪਰੇਸ਼ਨ ਵਧੀਆ ਹੋਵੇ। ਤਾਂ ਅੱਜ ਮੈਂ ਇੱਕ ਇਨੀਸ਼ੀਏਟਿਵ ਵੀ ਅਨਾਉਂਸ ਕਰਾਂਗਾ ਫ੍ਰੀ ਆਫ ਕਾਸਟ, ਤੁਸੀਂ ਧਿਆਨ ਨਾਲ ਜਰਾ ਸੁਣੋ। ਨਾਓ ਸੋ ਫਾਰ ਅਸੀਂ ਕੀਤਾ ਕੀ ਹੈ, ਇਫ ਯੂ ਗੋ ਟੂ chetanbharat.com ਜਿਹੜੇ ਸਾਡੇ ਐਗਜ਼ਿਸਟਿੰਗ ਸਟੂਡੈਂਟਸ ਨੇ, ਐਂਡ ਇਫ ਯੂ ਗੋ ਟੂ ਲੌਗ ਇਨ, ਦੈਨ ਜਿਹੜੇ ਬੱਚੇ ਨਾਇਬ ਤਹਿਸੀਲਦਾਰ ਦੀ ਤਿਆਰੀ ਸਾਡੇ ਨਾਲ ਕਰ ਰਹੇ ਨੇ, ਸੋ ਫਾਰ we have covered ancient medieval history, ਇਹਦੇ ਲੈਕਚਰਸ ਹੋ ਗਏ 15 ਲੈਕਚਰ। ਬੇਸਿਕ ਜੀਕੇ ਕਾਫੀ ਜ਼ਿਆਦਾ ਕਵਰ ਕੀਤੀ ਸੀਗੀ ਅਸੀਂ। ਬਜਟ ਸੀਰੀਜ਼, ਬਜਟ ਪੁਰਾਣੇ ਕਰ ਲਏ, ਇਹ ਤਾਂ ਅਸੀਂ ਕੰਪਲੀਮੈਂਟਰੀ ਦਿੱਤਾ ਸੀ ਬੱਚਿਆਂ ਨੂੰ। ਉਸ ਤੋਂ ਬਾਅਦ ਕਰੰਟ ਅਫੇਅਰਸ ਅਸੀਂ ਪਿਛਲੇ 1.5-2 ਸਾਲ ਦੇ ਕੀਤੇ। ਤੁਸੀਂ ਉਹਨੇ ਡਿਟੇਲ 'ਚ ਹੁਣ ਰਿਵਾਈਜ਼ ਕਰਨ ਦੀ ਲੋੜ ਨਹੀਂ ਹੈਗੀ। ਲਾਸਟ 7-8 ਮਹੀਨੇ ਦੇ ਕਰੰਟ ਅਫੇਅਰਸ ਕਰ ਲਓ, ਬਹੁਤ ਹੈ। ਐਂਡ ਦੈਨ ਇਕੋਨਮੀ ਦੇ MCQ, ਇੰਗਲਿਸ਼, ਜੋਗ੍ਰਾਫੀ, ਐਨਵਾਇਰਨਮੈਂਟ, ਜੀਕੇ, ਇਕੋਨਮੀ, ਪੋਲਿਟੀ, ਐਨੀ ਮੋਡਿਊਲ ਦੈਟ ਯੂ ਵਿਲ ਸੀ ਯੂ ਵੁੱਡ ਹੈਵ ਪ੍ਰੀਪੇਅਰਡ ਮੋਰ ਦੈਨ ਸਫੀਸ਼ੈਂਟਲੀ। ਜਿਹੜੀ ਆਪਣੀ ਤਿਆਰੀ ਹੋਈ ਹੈ ਮੋਰ ਦੈਨ ਸਫੀਸ਼ੈਂਟ ਹੈ। ਕੋਈ ਇਹੋ ਜਿਹਾ ਟੌਪਿਕ ਨਹੀਂ ਹੈਗਾ ਜਿਹਦੇ ਉੱਤੇ ਤੁਹਾਨੂੰ ਆਹ ਦੇਖੋ ਮੈਂਟਲ ਐਬਿਲਿਟੀ ਐਂਡ ਰੀਜ਼ਨਿੰਗ, ਕੋਈ ਇਹੋ ਜਿਹਾ ਟੌਪਿਕ ਨਹੀਂ ਹੈਗਾ ਜਿਹਦੇ ਉੱਤੇ ਤੁਹਾਨੂੰ 40-40 50-50 ਲੈਕਚਰਸ ਨਹੀਂ ਮਿਲੇ ਹੋਏ। ਹੁਣ 55 ਲੈਕਚਰਸ ਹੋ ਗਏ ਮੈਂਟਲ ਐਬਿਲਿਟੀ ਰੀਜ਼ਨਿੰਗ ਦੇ, ਤੇ ਪ੍ਰੈਕਟਿਸ ਵੱਖਰੀ ਨਾ। ਹੁਣ ਇਹ ਸਾਰਾ ਕੁਝ ਤਾਂ ਆਪਾਂ ਕਵਰ ਕਰ ਲਿਆ ਜਿਹੜੇ ਸਾਡੇ ਐਨਰੋਲਡ ਸਟੂਡੈਂਟ ਸੀਗੇ। ਬਟ ਹੁਣ ਆਪਾਂ ਲਾਸਟ 1 ਮੰਥ ਦੇ ਵਿੱਚ ਕੀ ਕਰਨਾ ਹੈ, ਬਹੁਤ ਇੰਪੋਰਟੈਂਟ ਅਨਾਊਂਸਮੈਂਟ ਫॉर ਆਲ ਆਫ ਯੂ, ਵੈਦਰ ਯੂ ਹੈਵ ਸਟੱਡੀਡ ਵਿਦ ਅਸ ਔਰ ਯੂ ਹੈਵ ਨਾਟ। ਦੇਖੋ ਵੀ ਆਪਣੇ ਐਗਜ਼ਾਮ ਦੇ ਵਿੱਚ ਨੇ 2 ਪ੍ਰਾਇਮਰੀ ਚੰਕਸ, ਪ੍ਰਾਇਮਰੀ ਪਾਰਟਸ। ਪਹਿਲਾ ਪਾਰਟ ਹੈਗਾ ਸਾਡੇ ਸਿਲੇਬਸ ਦਾ ਜਿਹਨੂੰ ਅਸੀਂ ਜਨਰਲ ਸਟੱਡੀਜ਼ ਕਹਿੰਦੇ ਹਾਂ, ਤੇ ਦੂਜਾ ਹੋ ਗਿਆ ਮੈਂਟਲ ਐਬਿਲਿਟੀ ਐਂਡ ਰੀਜ਼ਨਿੰਗ। ठीक जी। नाउ एक चीज़ देखी गई है, वो चीज़ क्या है कि हार्डली एनी स्टूडेंट कैन क्लेम कि सर मैं पिछले 1 महीने जो मर्जी हो गया, वे नेरा आया झखड़ा आया, जो मर्जी हो गया, मैं तो जी 30 दिन 30 डेज़ 100 GS ਦੇ MCQs ਕੀਤੇ ਨੇ ਤੇ 100 CSAT ਦੇ MCQs ਕੀਤੇ ਨੇ। ਹੁੰਦਾ ਕੀ ਹੈ 2-4 ਦਿਨ ਬੱਚੇ ਕਰਦੇ ਨੇ, ਫਿਰ ਜਾਂ ਤਾਂ ਰੂਟੀਨ ਟੁੱਟ ਜਾਂਦਾ ਹੈ ਜਾਂ ਫਿਰ ਮੋਟੀਵੇਸ਼ਨ ਚਲੇ ਜਾਂਦੀ ਹੈ MCQ ਕਰਨ ਦੀ। ਉਹਦੇ ਥਾਂ 'ਤੇ ਲੱਗਦਾ ਚੱਲ ਯਾਰ ਮੈਂ ਇਹਦੀ ਥਾਂ 'ਤੇ ਨਾ ਪੜ੍ਹ ਲੈਂਦਾ, ਹੋਰ ਪੜ੍ਹ ਲੈਂਦਾ, ਜਾਂ ਕੋਈ ਹੋਰ ਪੇਪਰ ਆ ਜਾਂਦਾ ਹੈ। ਜਾਂ ਫਿਰ ਤੁਸੀਂ MCQs ਕਰਦੇ ਹੋ, ਤੁਹਾਡੇ 4 MCQs ਗਲਤ ਹੋ ਗਏ, ਤੁਹਾਨੂੰ ਲੱਗਦਾ ਲੈ ਯਾਰ ਮੈਂ ਹੋਰ MCQ ਕਰੀ ਜਾਂਦਾ, ਇਸ ਤੋਂ ਪਹਿਲਾਂ ਮੈਂ ਨਾ ਇਹ ਕਨਸੈਪਟ ਹੀ ਆਪਣਾ ਕਲੀਅਰ ਕਰ ਲੈਂਦਾ, ਕਿਤਾਬ ਚੱਕ ਕੇ ਫਿਰ ਬਹਿ ਜਾਂਦੇ ਹੋ। इट इज़ वेरी रेयर टू सी समवन जिन्हें पिछले 2 महीने या 1 महीने ਦੇ ਵਿੱਚ रोज़ एटलीस्ट, मैं घट्टो घट्ट कह रहा 100+ ਤਾਂ GS ਦੇ ਕੁਐਸਚਨਸ ਕੀਤੇ ਹੋਣ ਤੇ 100+ ਹੀ CSAT ਦੇ ਕੁਐਸਚਨ ਕੀਤੇ ਹੋਣ ਜਾਂ ਮੈਂਟਲ ਐਬਿਲਿਟੀ ਰੀਜ਼ਨਿੰਗ ਦੇ ਕੀਤੇ ਹੋਣ। ਨਾਓ ਦਿਸ ਇਜ਼ ਵਾਟ ਵੀ ਆਰ ਗੋਇੰਗ ਟੂ ਡੂ, ਬਟ ਵੈਰੀ ਵੈਰੀ ਡਿਫਰੈਂਟਲੀ। ਪਲਾਨ ਕੀ ਹੈ ਬਈ ਸੁਣੋ। ਮੋਹਾਲੀ ਦੇ ਵਿੱਚ 에ਅਰਪੋਰਟ ਰੋਡ ਤੇ ਆਈਸਰ ਲਾਈਟਾਂ ਦੇ ਨਾਲ ਸਾਡੀ ਫੈਸਿਲਿਟੀ ਬਣੀ ਹੈ। ਉਹ ਫੈਸਿਲਿਟੀ ਹੈਗੀ ਹੈ 3 ਕਨਾਲ ਦੀ।
बहुत वड्डी फैसिलिटी है, उत्थे तुसीं 1000 बच्चा भी आके बैठ सकता है, 500 बच्चा भी बैठ सकता है, 200 भी बैठ सकता है। प्रॉपर असी प्रॉपर फैसिलिटी बनाई है विच इज़ 24 आवर्स ओपन हुंदी नहीं है, असीं तुहाडे लई करांगे। मैं चाहता भी तुसीं 20 अप्रैल नूं 20 अप्रैल तो लैके 20 मई तक 20 मई तक जिहदे लई पॉसीबल है वो मोहाली आ जाओ, साडे कोल आ जाओ, 0 चार्जिस है, कोई चार्जिस नहीं है इहदे। 24 आवर तुहानूं एक्सैस देवांगे थां दा, प्रॉपर दस रहे की तुहानूं कराया जाएगा ते की वट ऑल यू कैन एक्सपैक्ट। 24 आवर तुहानूं वी आर गोइंग टू प्रोवाइड यू द एक्सैस। I am going to be there, Raghav sir going to be there, history वाले sir is going to be there, Sanjay sir is going to be there, संयोगिता मैम, मनीषा मैम, सारे सी सेट के टीचर्स होंगे, 10 बंदे होंगे who are going to help you। now 24 आवर तुहाडे लिए थां ओपन रहेगी, ग्रुप बनया होएगा, रोज़ तुहाडी 2 क्लासां लगणगीਆਂ, उन्हां क्लासां दे विच असीं कुछ पढ़ाना नहीं तुहानूं। बेस्ट ਜਿਹੜੇ 100 क्वेश्चन सानू लगणगे रोज़ जीएस दे। मान लो मैं पॉलिटी दे सोच ले यार ये 500 MCQ कराने, अज 100, कल 100, अगले दिन 100, अगले दिन 100, अगले दिन 100, फिर हिस्टरी दे, फिर जोग्राफी दे, फिर पंजाब दे, फिर करंट अफेयर्स दे। इदां करदे 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 आपां अगले 30 दिनां दे विच घट्टो घट्ट कह रहे 3000 प्लस तां जीएस दे MCQs करांगे ते 3000 प्लस ही असीं सी सेट दे MCQs करांगे मैंटल एबिलिटी एंड रीजनिंग दे। when you will be there I will come with all the questions in my hand, we will discuss। ਜਿਹੜੀ ਇਹ MCQs ਕਰਾਂਗੇ ਇਹ ਡਿਸਕਸ਼ਨ ਫਾਰਮ ਦੇ ਵਿੱਚ ਹੋਣਗੇ। ਉਸ ਤੋਂ ਬੈਨੀਫਿਟ ਕੀ ਹੁੰਦਾ, ਮੰਨ ਲਓ ਹੁਣ ਅੱਜ ਕੱਲ੍ਹ ਕਸ਼ਮੀਰੀ ਫਾਈਲਸ ਦਾ ਅੱਜ ਕੱਲ੍ਹ ਜਿਵੇਂ ਨਾਂ ਚੱਲਦਾ ਹੈ, ਰਾਜ ਤਰੰਗਨੀ ਕਿਸਨੇ ਲਿਖੀ थी, who wrote ਰਾਜ ਤਰੰਗਨੀ, ਇਹ ਕੁਐਸਚਨ ਆਪਾਂ MCQ डिस्कस कर रहे हैं। ਅੱਗੇ ऑप्शन आ गई काल्हना, ऑप्शन आ गई कालिदास, ऑप्शन आ गई बाण भट्ट, ऑप्शन आ गई हर्ष। ਜਦੋਂ ਅਸੀਂ ਡਿਸਕਸ ਕਰਦੇ ਹਾਂ ਕੋਈ ਵੀ MCQ, ਚਲੋ ਜੀ ਸਾਰਿਆਂ ਨੇ ਦੱਸਤਾ ਸਰ ਕਾਲਹਨਾ ਨੇ ਲਿਖੀ ਸੀ ਜੀ ਰਾਜ ਤਰੰਗਣੀ, ਕਸ਼ਮੀਰ ਦਾ ਸੀਗਾ ਸਰ, ਸਰਕਾਰ ਤੋਂ ਥੋੜਾ ਜਿਹਾ ਕ੍ਰਿਟੀਕਲ ਸੀਗਾ, ਉਹ ਆਪਣੇ ਟਾਈਮ ਦਾ ਰਵੀਸ਼ ਕੁਮਾਰ ਸੀਗਾ ਜੀ, ਚਲੋ ਜੀ ਇਹ ਤਾਂ ਹੋ ਗਿਆ। ਕਾਲੀਦਾਸ ਨੇ ਵੀ ਤਾਂ ਕੁਝ ਲਿਖਿਆ ਹੋਣਾ, ਬਾਣ ਭੱਟ ਨੇ ਵੀ ਤਾਂ ਕੁਝ ਲਿਖਿਆ ਹੋਣਾ, ਹਰਸ਼ ਨੇ ਵੀ ਤਾਂ ਕੁਝ ਲਿਖਿਆ ਹੋਣਾ। ਜਦੋਂ ਤੁਸੀਂ ਡਿਸਕਸ਼ਨ ਕਰਦੇ ਹੋ MCQ ਕਰਦੇ ਹੋ ਦੈਨ ਯੂ ਆਲਸੋ ਟਾਕ ਅਬਾਊਟ ਐਂਡ ਗੋ ਥਰੂ ਦੀ ਵੇਰੀਅਸ ਆਪਸ਼ਨਸ। ਸੋ even though you are attempting just one MCQ you end up learning about at least 4 facts। ਤਾਂ ਮੈਨੂੰ ਉਮੀਦ ਹੈ ਵੀ ਇਹਨਾਂ 3000 MCQs ਦੇ ਰਾਹੀਂ ਅਸੀਂ 10-12 ਹਜ਼ਾਰ MCQs ਦੇ ਪ੍ਰੈਕਟਿਸ ਕਰਾਂਗੇ GS ਦੀ, 10-12 ਹਜ਼ਾਰ ਹੀ ਅਸੀਂ MCQs ਦੀ ਪ੍ਰੈਕਟਿਸ ਕਰਾਂਗੇ CSET ਦੀ ਲਾਸਟ 1 ਮੰਥ ਦੇ ਵਿੱਚ। ਹੋਣਾ ਕੀ ਤੁਹਾਡੇ ਨਾਲ, ਤੁਸੀਂ ਇੱਥੇ ਆ ਜਾਓ, 24 ਆਵਰ ਫੈਸਿਲਿਟੀ ਤੁਹਾਡੇ ਲਈ ਓਪਨ ਰਹੇਗੀ। ਨਾਓ 24 ਆਵਰਸ ਦੇ ਵਿੱਚ 2 ਘੰਟੇ ਸਾਡੇ ਨਾਲ CSET ਦੀ ਪ੍ਰੈਕਟਿਸ ਕਰੋ टीचर ਦੇ ਨਾਲ, 2 ਘੰਟੇ GS ਦੀ ਪ੍ਰੈਕਟਿਸ ਕਰੋ, ਬਾਕੀ ਸਾਰਾ ਦਿਨ ਬੈਠ ਕੇ ਇੱਥੇ ਪੜੋ, ਰੋਟੀ ਵੀ ਅਸੀਂ ਖਵਾ ਦਾਂਗੇ। ਤੁਸੀਂ ਬਸ ਆਣਾ ਹੈ, ਆਪਣੇ ਰਹਿਣ ਦਾ ਅਰੇਂਜਮੈਂਟ ਕਰਨਾ ਹੈ। ਅਨਫੋਰਚੂਨੇਟਲੀ ਦੈਟ ਇਜ਼ ਸਮਥਿੰਗ ਦੈਟ ਆਈ ਕਾਂਟ ਡੂ। ਜਿਸ ਦਿਨ परमात्मा ਸਮਰਥ ਦੇਗਾ ਉਸ ਦਿਨ ਉਹ ਵੀ ਟਰਾਈ ਕਰਾਂਗੇ ਕਰਨ ਦੀ। ਬਟ ਐਜ਼ ਆਫ ਨਾਓ ਗਾਇਜ਼ ਦਿਸ ਇਜ਼ ਵਨ ਥਿੰਗ ਦੈਟ ਆਈ ਵਾਂਟ ਟੂ ਐਕਸਟੈਂਡ ਟੂ ਆਲ ਆਫ ਯੂ। ਸਾਰਿਆਂ ਲਈ ਹੈਗੀ ਹੈ ਆਫਰ, ਬਟ ਬਿਕੋਜ਼ ਫਿਜ਼ੀਕਲ ਇਨਫਰਾਸਟਰਕਚਰ ਇਜ਼ ਇਨਵੋਲਵਡ। ਇਸ ਵੀਡੀਓ ਦੇ ਥੱਲੇ ਇੱਕ ਫਾਰਮ ਹੋਏਗਾ, ਜਿਹੜੇ ਸਟੂਡੈਂਟਸ ਇਹਦੇ ਵਿੱਚ ਇਨੀਸ਼ੀਏਟਿਵ ਦੇ ਵਿੱਚ ਇੰਟਰਸਟਿਡ ਨੇ ਉਹ ਪਲੀਜ਼ ਫਾਰਮ ਫਿਲ ਕਰ ਦਿਓ ਸੋ ਦੈਟ ਸਾਨੂੰ ਪਤਾ ਹੋਏਗਾ ਕਿ ਕਿੰਨੇ ਸਟੂਡੈਂਟ ਆ ਰਹੇ ਨੇ। ਜੇ ਆਪਣੇ ਕੋਲ ਬਹੁਤ ਜ਼ਿਆਦਾ ਸਟੂਡੈਂਟਸ ਨੇ ਇੰਟਰਸਟ ਸ਼ੋ ਕੀਤਾ ਫਿਰ ਆਪਾਂ ਇਸ ਬੈਚ ਨੂੰ ਬਣਾ ਦੇਣਾ ਸਕੂਡ ਗੇਮ, ਠੀਕ ਹੈ ਜੀ। ਰੋਜ਼ ਟੈਸਟ ਹੋਣੇ ਤੁਹਾਡੇ, ਰੋਜ਼ ਤੁਹਾਡਾ ਇੱਕ ਟੈਸਟ ਹੋਏਗਾ। ਅਪਾਰਟ ਫਰੋਮ ਥੀਸ 200 MCQs देयर आर गोइंग टू बी अनदर 100 MCQ ਜਿੱਦਾਂ ਤੁਹਾਡਾ ਰੋਜ਼ ਟੈਸਟ ਹੋਏਗਾ। ਜਿਹੜਾ ਬੱਚਾ ਲਾਸਟ 10 ਰੈਂਕ ਦੇ ਵਿੱਚ ਆਇਆ ਉਹਨੂੰ ਆਪਾਂ ਗੋਲੀ ਮਾਰ ਦੇਣੀ, ठीक है। तो फिर अगले दिन नया बच्चा, अगले दिन नया बच्चा, लिटरल गोली मार देनी आप, ठीक है। अपना असला उसला लेके आयो। माई पॉइंट बीइंग अगर आप हमारे साथ में आखिरी के 1 महीने में 10-15 हज़ार MCQ करते हैं तो आपका नायब तहसीलदार पेपर में अपना बेस्ट अटैम्प्ट देने के चांसेस आपके बहुत ज़्यादा बढ़ जाते हैं। सो ऑफलाइन होगा, आप इधर आ सकते हो। हुण बहुत सारे इधर के भी स्टूडेंट्स ने हुण पंजाब PCS ਦਾ ਜਿਵੇਂ ਪੇਪਰ ਹੋਇਆ ਸੀਗਾ, ਸਾਡੇ ਇੱਕ ਸਟੂਡੈਂਟ ਨੇ ਮੈਮ ਵੈਰੀ ਪੋਜ਼ਿਟਿਵ ਲੇਡੀ ਫਰੋਮ ਜਲੰਧਰ, ਸ਼ੀ ਗॉट SDM in this defense category, Arvind Kaur ma'am. Now she is from Jalandhar and because of all the responsibilities at that time she could not come to ਚੰਡੀਗੜ੍ਹ ਮੰਨ ਲਓ। ਐਂਡ ਇੰਨੇ ਸਾਰੇ ਹੋਰ ਵੀ ਇੱਦਾਂ ਦੇ ਹੋਣੇ, ਕੋਈ ਤਰਨ ਤਾਰਨ, ਕੋਈ ਬਠਿੰਡਾ, ਕੋਈ ਲੁਧਿਆਣਾ, ਕੋਈ ਜਲੰਧਰ, ਕੋਈ ਕਿਤੇ ਜਿਹੜੇ ਚੰਡੀਗੜ੍ਹ ਨਹੀਂ ਆ ਸਕਦੇ, ਮੋਹਾਲੀ ਨਹੀਂ ਆ ਸਕਦੇ। ਉਹਨਾਂ ਲਈ ਇਹ ਜਿਹੜੀ ਕਲਾਸਿਸ ਹੋਣਗੀਆਂ, ਜਿਹੜੇ ਸੈਸ਼ਨਸ ਹੋਣਗੇ ਆਫਲਾਈਨ, ਇਹ ਸੈਸ਼ਨਸ ਸ਼ੈਲ ਬੀ ਲਾਈਵ, ਨਾਟ ਲਾਈਵ, ਸ਼ੈਲ ਬੀ ਟੈਲੀਕਾਸਟਡ।
ਔਨ ਆਰ YouTube ਚੈਨਲ ਐਜ਼ ਵੈਲ। ਤਾਂ ਤੁਸੀਂ ਰਾਤ ਨੂੰ 9 ਵਜੇ YouTube ਤੇ ਵੇਖ ਲਿਆ ਕਰੋ ਵੀ ਯਾਰ ਕਿਹੜੇ 100 MCQ ਇਹਨਾਂ ਨੇ ਡਿਸਕਸ ਕੀਤੇ ਨੇ। ਜਿਹੜੇ ਵੀ ਬੱਚੇ ਨੂੰ ਨਹੀਂ ਪਤਾ ਲੱਗ ਰਿਹਾ ਵੀ ਯਾਰ ਮੇਰਾ ਕੋਈ ਹੱਥ ਫੜ ਲਓ, ਮੈਨੂੰ ਸਮਝਾ ਦਿਓ ਵੀ ਯਾਰ ਹੁਣ ਮੈਂ ਪੂਰਾ ਨਾ ਆਈ ਐਮ ਆਲ ਓਵਰ ਦੀ ਪਲੇਸ, ਮੈਨੂੰ ਸਮਝ ਨਹੀਂ ਲੱਗ ਰਹੀ ਵੀ ਮੈਂ ਨਾਇਬ ਤਹਿਸੀਲਦਾਰ ਦੇ ਲਈ ਲਾਸਟ 1 ਮੰਥ ਦੇ ਵਿੱਚ ਜਾਂ 1.5 ਮਹੀਨਾ ਜਿਹੜਾ ਮੇਰੇ ਕੋਲ ਰਹਿ ਗਿਆ ਮੈਂ ਕੀ ਕਰਾਂ। ਯਾਰ 10,000 MCQ ਕਰੋ ਸਾਡੇ ਨਾਲ। ਦਿਸ ਇਜ਼ ਆਲ ਦੈਟ ਵੀ ਕੈਨ ਆਫਰ। ਹੁਣ ਮੇਰੇ ਕੋਲ ਨਾ ਆਪਸ਼ਨ ਸੀਗੇ, ਇੱਕ ਤਾਂ ਮੈਂ ਤੁਹਾਨੂੰ ਕੋਈ ਸਲਾਹ ਆਫਰ ਕਰ ਸਕਦਾ, ਇਹ ਪੜ੍ਹ ਲਓ, ਇਹ ਨਾ ਪੜ੍ਹੋ, ਇਹ ਪੜ੍ਹੋ, ਇਹ ਨਾ ਪੜ੍ਹੋ, ਬਟ ਮਾਈ ਹਾਰਟ ਗੋਜ਼ ਆਊਟ ਫॉर ਯੂ ਸਟੂਡੈਂਟ ਬਿਕੋਜ਼ ਤੁਸੀਂ ਪਿਛਲੇ 1.5 2 ਸਾਲ ਤੋਂ ਤਿਆਰੀਆਂ ਕਰ ਰਹੇ ਹੋ। ਤੇ ਮੈਨੂੰ ਲੱਗਿਆ ਵੀ ਯਾਰ ਸਿਰਫ ਐਡਵਾਈਸ ਦੇਣਾ ਸਫੀਸ਼ੀਐਂਟ ਨਹੀਂ ਹੈਗਾ, ਸਿਰਫ ਲੈਜਿਸਲੇਟਿਵ ਲੈਵਲ ਤੇ ਐਡਵਾਈਸ ਦੇਣਾ ਸਫੀਸ਼ੀਐਂਟ ਨਹੀਂ ਹੈਗਾ, ਐਗਜ਼ੀਕਿਊਟਿਵ ਲੈਵਲ ਤੇ ਵੀ ਹੈਲਪ ਕੀਤੀ ਜਾਵੇ। ਅਸੀਂ ਬੱਚਿਆਂ ਦੇ ਨਾਲ ਆਪ ਖੜ ਕੇ MCQ ਕਰੀਏ ਸੋ ਦੈਟ ਕਿ ਉਹਨਾਂ ਦੇ ਅੰਦਰ ਇੱਕ ਜ਼ੀਲ ਹੋਵੇ, ਇੱਕ ਗਰੁੱਪ ਬਣ ਜਾਂਦਾ ਹੈ। ਜਦੋਂ ਗਰੁੱਪ ਬਣਦਾ ਤੁਸੀਂ ਦੂਸਰੇ ਨੂੰ ਵੇਖਦੇ ਹੋ, ਇੱਕ ਕੰਪੀਟੀਸ਼ਨ, ਹੈਲਦੀ ਕੰਪੀਟੀਸ਼ਨ ਡਿਵੈਲਪ ਹੁੰਦਾ ਹੈ, ਇੱਕ ਸਟਰੋਂਗ ਮੋਟੀਵੇਸ਼ਨ ਕ੍ਰੀਏਟ ਹੁੰਦੀ ਹੈ, ਇੱਕ ਦੂਸਰੇ ਨੂੰ ਦੇਖ ਕੇ ਜਿਹੜੀ ਮੋਟੀਵੇਸ਼ਨ ਕ੍ਰੀਏਟ ਹੁੰਦੀ ਹੈ, ਨੌਲੇਜ ਬੇਸ ਵੱਧਦਾ ਹੈ। ਐਂਡ ਦੈਨ ਜਦੋਂ ਤੁਸੀਂ ਇੱਕ ਇਹੋ ਜਿਹੇ ਮਾਹੌਲ ਦੇ ਵਿੱਚ ਬੈਠੇ ਹੁੰਦੇ ਹੋ ਜਿੱਥੇ, ਐਂਡ ਮਾਈਂਡ ਯੂ ਦਿਸ ਇਜ਼ ਨਾਟ ਸਮ ਸ਼ੋਰੂਮ ਜਿੱਥੇ ਤੁਸੀਂ ਬੱਚੇ ਇੱਦਾਂ ਕਰਕੇ ਬੈਠੇ ਆ, ਇਟਸ ਅ ਬਿਊਟੀਫੁਲ ਫੈਸਿਲਿਟੀ। ਸੋ ਜਦੋਂ ਤੁਸੀਂ ਆਏ, ਤੁਸੀਂ ਇੱਕ ਮਾਹੌਲ ਦੇਖਿਆ, ਤੁਸੀਂ ਦੇਖਿਆ ਵੀ ਯਾਰ ਬਾਕੀ ਬੱਚੇ 8-8 ਘੰਟੇ ਪੜ੍ਹ ਰਹੇ ਨੇ, ਆਟੋਮੈਟਿਕਲੀ ਤੁਹਾਡਾ 9 ਘੰਟੇ ਪੜ੍ਹਨ ਦਾ ਜੀ ਕਰੇਗਾ, ਤੁਹਾਨੂੰ 9 ਘੰਟੇ ਪੜ੍ਹਦਾ ਵੇਖ ਕੇ ਕਿਸੇ ਹੋਰ ਦਾ 10 ਘੰਟੇ ਪੜ੍ਹਨ ਦਾ ਜੀ ਕਰੇਗਾ, ਤੇ ਇੱਦਾਂ ਕਰਦੇ ਕਰਦੇ ਇੱਕ ਵਰਚੁਅਸ ਸਾਈਕਲ ਡਿਵੈਲਪ ਹੋਏਗਾ। ਬਟ ਇੱਕ ਮੇਰੀ ਗੁਜ਼ਾਰਿਸ਼ ਹੈ, ਆਇਓ ਬਸ ਉਹੀ ਜਿਨ੍ਹਾਂ ਨੇ ਨਾਇਬ ਤਹਿਸੀਲਦਾਰ ਪੇਪਰ ਕਲੀਅਰ ਕਰਨਾ। ਬਾਕੀ ਜੇ ਕੋਈ ਵੀ ਹੋਰ ਇੰਟਰਸਟ ਹੈਗਾ, ਦਿਸ ਪਲੇਸ ਇਜ਼ ਨਾਟ ਫॉर ਯੂ। ਫਿਰ ਹੋਰ ਬਹੁਤ ਥਾਂ ਨੇ ਚੰਡੀਗੜ੍ਹ ਦੇ ਵਿੱਚ, ਠੀਕ ਹੈ। ਪੇਪਰ ਕਲੀਅਰ ਕਰਨ ਲਈ ਸਿੰਗਲ ਪੁਆਇੰਟ ਏਜੰਡਾ ਲੈ ਕੇ ਆਇਓ, ਗਰੁੱਪ ਬਣਾ ਕੇ ਕਲੈਕਟਿਵ ਐਫਰਟ ਦੇ ਨਾਲ ਤਿਆਰੀ ਕਰਾਂਗੇ। ਐਜ਼ ਆਈਵ ਸੈਡ 20th ਅਪ੍ਰੈਲ ਤੋਂ ਅਸੀਂ ਸਟਾਰਟ ਕਰਾਂਗੇ, 20th ਮਈ ਤੱਕ ਇਹ ਇਨੀਸ਼ੀਏਟਿਵ ਚੱਲੇਗਾ ਪੂਰਾ 1 ਮਹੀਨਾ। 20 ਮਈ ਨੂੰ ਸਾਰੇ ਆਪਦੇ ਆਪਣੇ ਘਰੇ ਚੱਲ ਜਾਓ, 21 ਨੂੰ ਰੈਸਟ ਕਰਕੇ ਫਿਰ ਜਿੱਥੇ ਤੁਹਾਡਾ ਸੈਂਟਰ ਬਣਦਾ ਉੱਥੇ ਜਾ ਕੇ ਪੇਪਰ ਦੇ ਦਿਓ, ਠੀਕ ਹੈ ਜੀ। ਆਈ ਹੋਪ ਸਾਰਿਆਂ ਨੂੰ ਸਮਝ ਆ ਗਿਆ। ਐਂਡ ਦ ਪਲੇਸ ਇਜ਼ ਮੋਹਾਲੀ ਏਅਰਪੋਰਟ ਰੋਡ, ਆਈਸਰ ਤੋਂ ਹਾਰਡਲੀ 200 ਮੀਟਰਸ, ਅ ਸਟੋਨ ਥਰੋ ਅਵੇ ਯੂ ਵਿਲ ਸੀ ਦ ਬੋਰਡ। ਬਟ ਇੱਕ ਮੇਰੀ ਹੋਰ ਗੁਜ਼ਾਰਿਸ਼ ਹੈ, 20 ਅਪ੍ਰੈਲ ਤੋਂ ਪਹਿਲਾਂ ਨਾ ਆਇਓ, ਇਸ ਤੋਂ ਬਾਅਦ ਹੀ ਆਇਓ, ਮਤਲਬ 20 ਅਪ੍ਰੈਲ ਨੂੰ ਆਇਓ। ਦੋਜ਼ ਆਫ ਯੂ, ਇੱਕ ਹੋਰ ਚੀਜ਼, ਇਹ ਨਹੀਂ ਹੈਗਾ ਵੀ ਕੋਈ ਵਰਕਿੰਗ ਪ੍ਰੋਫੈਸ਼ਨਲਸ ਨੇ ਜਿਹੜੇ ਮੇਬੀ ਵੀਕਐਂਡ 'ਤੇ ਆ ਸਕਦੇ ਨੇ ਪਰ ਵੀਕਡੇ ਵਾਲੇ ਦਿਨ ਆਫਿਸ ਜਾਣਾ ਹੋਣਾ ਉਹਨਾਂ ਨੇ, ਵੀਕਐਂਡ 'ਤੇ ਆ ਜਾਓ। ਜਿਹੜਾ 4 ਦਿਨ ਆ ਸਕਦਾ ਉਹ 4 ਦਿਨ ਆ ਜਾਓ, ਜਿਹੜਾ 6 ਦਿਨ ਆ ਸਕਦਾ ਉਹ 6 ਦਿਨ ਆ ਜਾਓ, ਜਿਹੜਾ 1 ਮਹੀਨਾ कंसिस्टेंटली आ सकता हो 1 महीना कंसिस्टेंटली आए। होएगा क्या बच्चे, इससे आपकी प्रेपरेशन को लास्ट मोमेंट कंसोलिडेशन मिलेगी। और 1 दिन का पेपर है, कोई मेंस नहीं, कोई इंटरव्यू नहीं, निकालो और नायब तहसीलदार बनो। बहुत अच्छी गोल्डन अपॉर्चुनिटी है और मुझे ऐसा लगता है कि अब पेपर ये एक्सटेंड नहीं होगा। अब ये पेपर एक्सटेंड नहीं होना चाहिए। अगर ये पेपर एक्सटेंड अब हो गया बस फिर पढ़ाना छੱਡ देना ਆਪਾਂ, ਫਿਰ ਰਾਜਨੀਤੀ ਦੇ ਵਿੱਚ ਆ ਜਾਣਾ ਵੀ ਤੁਸੀਂ ਕੀ ਬੱਚਿਆਂ ਨੂੰ ਤੁਸੀਂ ਕਮਲਾ ਕੀਤਾ। That's why I have never ever made any political statement here because ਮੈਨੂੰ ਲੱਗਦਾ ਵੀ ਸਿਸਟਮ ਵਧੀਆ ਚੱਲ ਰਿਹਾ। ਪਰ ਜੇ ਹੁਣ ਦੁਬਾਰਾ ਐਕਸਟੈਂਡ ਹੋ ਗਿਆ ਤਾਂ ਫਿਰ then they are just testing the patience of hard working students. Okay guys, so I hope all of you shall prepare well. Many of you will say कि सर 20 अप्रैल तक की करिए, आज तो 4 तरीक है, 16 दिन अगले की करिए। नाउ कुछ तो तैयारी की होनी, ਸਾਡੇ ਨਾਲ ਜੇ ਤਿਆਰੀ ਕੀਤੀ ਹੋਣੀ ਤਾਂ ਤੁਹਾਡੇ ਕੋਲ ਦੇਖੋ ਵੀ ਪਹਿਲਾਂ ਤਾਂ ਉਹੀ, ਜੇ ਸਾਡੇ ਨਾਲ ਤਿਆਰੀ ਕੀਤੀ ਹੈ ਤਾਂ ਯੂ ਹੈਵ ਐਕਸੈਸ ਟੂ ਆਲ ਥੀਸ ਲੈਕਚਰਸ। ਹੁਣ ਤੁਸੀਂ ਲੈਕਚਰਸ ਨਾ ਵੇਖੋ ਅਨਲੈਸ ਕਿਸੇ ਟੌਪਿਕ ਦੇ ਵਿੱਚ ਤੁਸੀਂ ਸਟਰਗਲ ਕਰ ਰਹੇ ਹੋ ਜਾਂ ਸਾਲ ਪਹਿਲਾਂ ਦੇਖਿਆ ਸੀਗਾ ਕੋਈ ਮੋਡਿਊਲ। ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਮੈਂ ਹੁਣ ਸਾਇੰਸ ਲਾ ਲਓ, ठीक है, कोई भी टॉपिक ला लो, ठीक है, ਲੈਟਸ ਟੇਕ जीके इकोनॉमी। ਮੈਂ ਸਾਲ ਪਹਿਲਾਂ ਲੈਕਚਰਸ ਵੇਖੇ ਸੀਗੇ, ਮੈਂ ਭੁੱਲ ਗਿਆ ਤੇ ਹੁਣ ਮੈਂ ਦੁਬਾਰਾ ਦੇਖ ਲਾਂ, ਦੈਟ ਇਜ਼ ਅ ਡਿਫਰੈਂਟ ਥਿੰਗ। ਉਹਦੇ ਵਿੱਚ ਵੀ ਟਰਾਈ ਕਰੋ, ਪੂਰੇ ਮੋਡਿਊਲਸ ਦੁਬਾਰਾ ਨਾ ਵੇਖੋ, ਮੇਰੇ ਪੈਸੇ ਨਹੀਂ ਲੱਗਣੇ, ਮੇਰੇ ਵੱਲੋਂ ਤੁਸੀਂ ਸਾਰਾ ਦਿਨ ਦੇਖੀ ਚਲੋ। ਪਰ ਮੈਂ ਸੁਜੈਸਟ ਕਰ ਰਿਹਾ ਵੀ ਇੰਸਟੈਡ ਆਫ ਵਾਚਿੰਗ ਦੀ ਹੋਲ ਲੈਕਚਰ ਅਗੇਨ, ਤੁਹਾਨੂੰ ਲੱਗਦਾ ਯਾਰ ਮੈਂ ਨਾ ਐਗਰੀਕਲਚਰ ਵਾਲਾ ਚੈਪਟਰ ਨਹੀਂ ਵਧੀਆ ਤਰੀਕੇ ਨਾਲ ਕੀਤਾ ਸੀ, ਬਸ ਉਹ ਕਰ ਲਓ। ਜਿਹੜਾ ਚੈਪਟਰ ਹੈ ਤੁਹਾਨੂੰ ਲੱਗਦਾ ਯਾਰ ਮੈਂ GDP ਵਾਲਾ ਚੈਪਟਰ ਨਹੀਂ ਵਧੀਆ ਤਰੀਕੇ ਨਾਲ ਕੀਤਾ ਸੀ, ਬਸ ਉਹ ਕਰ ਲਓ। ਬਟ ਪ੍ਰਾਇਮਰੀ ਆਈ ਐਮ ਟਾਕਿੰਗ ਟੂ ਮਾਈ ਐਗਜ਼ਿਸਟਿੰਗ ਸਟੂਡੈਂਟਸ, ਜਿੰਨੇ ਵੀ ਇਹ ਮੋਡਿਊਲਸ ਨੇ ਜਿਨ੍ਹਾਂ ਦੇ ਮੂਹਰੇ MCQ ਲਿਖਿਆ ਹੋਇਆ, ਜਿਵੇਂ ਜੋਗ੍ਰਾਫੀ ਐਨਵਾਇਰਨਮੈਂਟ MCQs ਕਰੋ ਜ਼ਿਆਦਾ ਤੋਂ ਜ਼ਿਆਦਾ। ਅਗਲੇ 16 ਦਿਨ ਵੀ MCQ ਕਰੋ ਜ਼ਿਆਦਾ ਤੋਂ ਜ਼ਿਆਦਾ, ਤੇ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਬਸ ਆ ਜਾਓ, ਅਸੀਂ ਆਪੇ ਤੋੜ ਦੇਣਾ ਤੁਹਾਨੂੰ 1 ਮਹੀਨਾ। ਕੀ ਕਰਾਣਾ ਤੁਸੀਂ ਭੁੱਲ ਜਾਓਗੇ। ਦੈਟ 1 month is going to be the most meaningful month of your preparation. With this I will wind up this video. ਕੋਈ ਵੀ ਇਨਕੁਆਇਰੀਜ਼ ਹੋਵੇ, ਮੈਂ ਦੁਬਾਰਾ ਦੱਸਦਾ, ਕੋਈ ਰਜਿਸਟ੍ਰੇਸ਼ਨ ਚਾਰजेस ਨਹੀਂ ਹੈਗੇ, ਕੋਈ ਐਂਟਰੀ ਚਾਰजेस ਨਹੀਂ ਹੈਗੇ,
ਕੋਈ ਐਡਮਿਸ਼ਨ ਚਾਰजेस ਨਹੀਂ ਹੈਗੇ, ਕੋਈ ਇਦਾਂ ਦੇ ਚਾਰजेस ਨਹੀਂ ਹੈਗੇ ਵੀ ਤੁਸੀਂ ਪਹਿਲਾਂ ਜਮ੍ਹਾਂ ਕਰਾ ਦਿਓ ਬਾਅਦ ਚ ਰਿਫੰਡ ਕਰ ਦਾਂਗੇ। हाँ, प्रॉपराइटी, तमीज़, बिहेवियर, सभ्यता, ये हम आपसे एक्सपेक्ट करेंगे। राइट टू एडमिशन रिजर्वड है, जे हुण कोई ज़्यादा क्रांतिकारी बनया तो फिर आपां उहनूं बाहर कढ़ देना। बस इन्ना की है, अच्छा बर्ताव, बस इतना आपसे एक्सपेक्ट किया जाएगा। पॉजिटिव की है ना, ऑनलाइन दे विच बच्चा कंप्यूटर 'च बैठा हुंदा है, जो जी करदा लिख दिंदा कमेंट दे विच, की फ़र्क पैंदा है? ऑफलाइन में हमारे सामने नहीं आप वो कर पाओगे। ठीक है जी, तो या दैट्स दैट। बाकी पॉजिटिवली तैयारी करो, पढ़ना शुरू करो। ਜਿਹੜੇ ਨੇ ਹਲੇ ਸਟਾਰਟ ਨਹੀਂ ਕੀਤੀ ਤਿਆਰੀ, ਦੋਜ਼ ਆਫ ਯੂ ਜਿਨ੍ਹਾਂ ਨੇ ਪੇਪਰ ਤਾਂ ਭਰਤਾ ਸੀ ਫਿਰ ਤਿਆਰੀ ਉਹ ਨਹੀਂ ਕੀਤੀ ਹਲੇ ਤਾਈਂ, ਉਹਨਾਂ ਨੂੰ ਮੈਂ ਹਲੇ ਵੀ ਸੁਜੈਸਟ ਕਰਾਂਗਾ, ਕਿਉਂਕਿ ਉਹਨਾਂ ਨੂੰ ਲੈਕਚਰਸ ਵੇਖਣੇ ਪੈਣੇ ਆ। ਤਾਂ ਉਹ ਜਿਹੜੇ ਵੀ ਇੰਸਟੀਟਿਊਟ ਦਾ ਉਹਨਾਂ ਨੂੰ ਵਧੀਆ ਲੱਗਦਾ ਹੈ, ਕੋਈ ਕਿੱਦਾਂ ਕੋਰਸ ਲੈ ਲਓ। ਇਹੀ 4-5 ਹਜ਼ਾਰ ਰੁਪਏ ਨਹੀਂ ਬਚਾਉਣੇ ਹੁੰਦੇ ਆਪਾਂ ਆਪਣੀ ਲਾਈਫ ਦੇ ਵਿੱਚ। ਚੰਗੀ ਤਰ੍ਹਾਂ ਕੋਰਸ ਲੈ ਕੇ ਵੀਡੀਓਜ਼ ਵੇਖੋ ਉਹਨਾਂ ਦੀ, ਕਿਸੇ ਦਾ ਇੰਸਟੀਟਿਊਟ ਦਾ ਵੀ ਲੈ ਲਓ, ਕੋਈ CBL ਦਾ ਪੇਟੈਂਟ ਨਹੀਂ ਹੈਗਾ। ਜਿਹੜੇ ਵੀ ਇੰਸਟੀਟਿਊਟ ਦਾ ਤੁਹਾਨੂੰ ਸਮਝ ਆਉਂਦਾ ਕੋਰਸ ਲਓ, ਉਹਨੂੰ ਤੁਸੀਂ ਰਾਤ ਨੂੰ 2-3 ਘੰਟੇ ਵੀਡੀਓਜ਼ ਦੇਖੋ, ਸਾਰਾ ਦਿਨ ਤਿਆਰੀ ਕਰੋ। ਪੇਪਰ ਹੱਲੇ ਵੀ ਨਿਕਲ ਸਕਦਾ ਹੈ ਕਿਸੇ ਵੀ ਐਸੇ ਸਟੂਡੈਂਟ ਦਾ ਜਿਹਨੇ ਥੋੜੀ ਬਹੁਤੀ ਤਿਆਰੀ ਕੀਤੀ ਹੈ, ਉਹਦਾ ਵੀ ਪੇਪਰ ਨਿਕਲ ਸਕਦਾ ਹੈ, ਬਿਕੋਜ਼ वन डे एग्जाम है, सब्जेक्टिव पेपर नहीं हैगा। इफ़ यू हैव एनी इंक्वायरीज फील फ्री टू कॉमेंट। आई विश यू ऑल द बेस्ट गाइज, आई विल बी वेटिंग फॉर यू। टेक केयर।